ਜਗਤ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਨਿੱਘੀ ਮੁਲਾਕਾਤ ਵਿੱਚ ਸਵਾਗਤ ਹੈ। ਪ੍ਰੋਗਰਾਮ ਨਿੱਘੀ ਮੁਲਾਕਾਤ ਵਿੱਚ ਅੱਜ ਅਸੀਂ ਉਸ ਸ਼ਖਸੀਅਤ ਨਾਲ ਰੂਬਰੂ ਕਰਾ ਰਹੇ ਹਾਂ ਜੋ ਰਿਟਾਇਰ ਕਾਨੂੰਗੋ ਔਰ ਐਡਵੋਕੇਟ ਸਾਹਿਬ ਨਰਿੰਦਰਪਾਲ ਕੰਡਾ ਜੀ, ਜੋ ਜ਼ਮੀਨਾਂ ਦੇ ਬਾਰੇ ਅਸੀਂ ਫਰਦਾਂ ਜਾਂ ਹੋਰ ਐਸੇ ਮਸਲਿਆਂ ਬਾਰੇ ਅਸੀਂ ਉਹਨਾਂ ਨਾਲ ਜਿਹੜੀ ਜਾਣਕਾਰੀ ਉਹਨਾਂ ਕੋਲ ਲਵਾਂਗੇ। ਕੰਡਾ ਸਾਹਿਬ, ਸਾਡਾ ਪ੍ਰੋਗਰਾਮ ਨਿੱਘੀ ਮੁਲਾਕਾਤ ਵਿੱਚ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਤੇ ਤੁਹਾਡਾ ਬਹੁਤ ਬਹੁਤ ਅੱਜ ਦੇ ਜਿਹੜੇ ਵਿਸ਼ੇ ਹੈ ਉਹ ਆਪਾਂ ਇਹ ਹੈ ਕਿ ਜ਼ਮੀਨਾਂ ਦੇ ਤਾਲੁਕਾਤ ਦੇ ਵਿੱਚ ਲੋਕਾਂ ਨੂੰ ਕਾਫੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਜੀ, ਚਾਹੇ ਉਹ ਫਰਦ ਲੈਣ ਦਾ ਹੋਵੇ, ਚਾਹੇ ਰਜਿਸਟਰੀ ਕਰਾਉਣ ਦਾ ਹੋਵੇ, ਜਾਂ ਹੋਰ ਐਸੇ ਕਈ ਮਸਲੇ ਹੈਗੇ ਆ ਕਿ ਉਹ ਬਹੁਤ ਲੋਕਾਂ ਨੂੰ NRI ਜਿਹੜੇ ਜ਼ਮੀਨਾਂ ਇੱਧਰ ਪਈਆਂ ਲੋਕਾਂ ਨੇ ਕਬਜ਼ੇ ਕੀਤੇ ਆ, ਉਹਨਾਂ ਦੇ ਕਈ ਸਾਲ ਹੋਏ ਜਿਹੜੇ ਕੇਸ ਚੱਲਦੇ ਆ। ਆਪਾਂ ਜਿਹੜੀ ਸ਼ੁਰੂਆਤ ਕਰਾਂਗੇ ਉਹ ਇਹ ਪ੍ਰੋਗਰਾਮ ਦੀ ਕਰਾਂਗੇ ਕਿ ਜਿਹੜੀ ਜ਼ਮੀਨ ਦੀ ਤਕਸੀਮ ਜਾਂ ਜਮ੍ਹਾਂਬੰਦੀ ਜਿਹੜੀ ਸੀ ਇਹ ਸ਼ੁਰੂਆਤ ਕਿੱਥੋਂ ਹੋਈ। ਬਹੁਤ ਵਧੀਆ ਕੁਐਸਚਨ ਤੁਸੀਂ ਕੀਤਾ ਹੈ, ਕਿਉਂਕਿ ਜ਼ਮੀਨ ਨਾਲ ਸੰਬੰਧਿਤ ਜਿੰਨੇ ਵੀ ਜ਼ਮੀਨ ਲੈਂਡ ਓਨਰ ਹੈਗੇ ਆ, ਚਾਹੇ ਉਹ ਆਪਣੇ ਦੇਸ਼ ਵਿੱਚ ਚਾਹੇ ਵਿਦੇਸ਼ ਵਿੱਚ ਵਸਦੇ ਆ, ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਡਰ ਰਹਿੰਦਾ ਵੀ ਮੇਰੀ ਜਿਹੜੀ ਪ੍ਰੋਪਰਟੀ ਹੈਗੀ ਆ ਉਹ ਸਿਕਿਉਰ ਰਵੇ। ਉਸ ਸੰਬੰਧ ਵਿੱਚ ਉਹਨਾਂ ਦੀ ਕੁਛ ਅਵੇਅਰਨੈਸ ਨਾ ਹੋਣ ਕਰਕੇ ਕਈ ਵਾਰੀ ਉਹਨਾਂ ਨੂੰ ਆਸੇ ਪਾਸੇ ਕੁਛ ਰਿਊਮਰ ਸੁਣ ਕੇ, ਉਹਨਾਂ ਨੂੰ ਅਫਵਾਹ ਸੁਣ ਕੇ ਉਹਨਾਂ ਨੂੰ ਇੱਕ ਤੌਖਲਾ ਲੱਗਾ ਰਹਿੰਦਾ ਵੀ ਸਾਡੀ ਪ੍ਰੋਪਰਟੀ ਕੋਈ ਕਾਬਜ਼ ਨਾ ਹੋ ਜਾਏ, ਪ੍ਰੋਪਰਟੀ 'ਤੇ ਕਬਜ਼ਾ ਨਾ ਕਰ ਲਵੇ। ਉਹਨਾਂ ਦੇ ਸੰਬੰਧ ਵਿੱਚ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ, ਕਿਉਂਕਿ ਐਕਚੁਅਲ ਸਾਡਾ ਜਿਹੜਾ ਰਿਕਾਰਡ ਹੈ, ਰੈਵਨਿਊ ਰਿਕਾਰਡ ਬਹੁਤ ਜ਼ਿਆਦਾ ਪੁਰਾਣਾ ਵਾ। ਰਾਜਾ ਟੋਡਰਮਲ ਦੇ ਟਾਈਮ ਤੋਂ ਇਹ ਜਿਹੜਾ ਐਸਟੈਬਲਿਸ਼ ਕੀਤਾ ਗਿਆ। ਜ਼ਮੀਨ ਨੂੰ ਅੱਗੋਂ ਜਿਸ ਤਰ੍ਹਾਂ ਵੀ ਲੈਂਡ ਰੈਵਨਿਊ ਦੀ ਲੋੜ ਪਈ ਹੈਗੀ ਆ, ਅਤੇ ਸਰਕਾਰ ਨੇ ਜਿਹੜੀਆਂ ਵੀ ਸਰਕਾਰਾਂ ਸਮਝਦੀਆਂ ਸੀਗੀਆਂ ਉਹਨਾਂ ਨੇ ਇਹਨਾਂ ਨੂੰ ਰਿਕਾਰਡ ਨੂੰ ਅਪਡੇਟ ਕਰਕੇ ਲੈਂਡ ਰੈਵਨਿਊ ਲਾ ਕੇ ਅਤੇ ਆਪਣਾ ਸੋਰਸ ਆਫ ਇਨਕਮ ਜਿਹੜਾ ਸੀ ਸਰਕਾਰ ਦਾ ਉਹ ਬਣਾਇਆ ਸੀ। ਸੈਟਲਮੈਂਟ ਤੋਂ ਬਾਅਦ ਸਾਡਾ ਇੱਕ ਰਿਕਾਰਡ ਸੀ ਜਿਹੜਾ ਜਿਹਨੂੰ ਅਸੀਂ ਸਟੈਂਡਰਡ ਰਿਕਾਰਡ ਕਹਿੰਦੇ ਹਾਂ, ਉਹਦੇ ਵਿੱਚ ਉਹਨਾਂ ਨੇ ਜਮ੍ਹਾਂਬੰਦੀ, ਅਕਸ਼ ਜਿਹੜਾ ਜਿਹਨੂੰ ਆਪਾਂ ਸ਼ੀਰਾ ਲੱਠਾ ਕਹਿੰਦੇ ਹੈਗੇ ਆ, ਜਿਹਦੇ ਪਟਵਾਰੀ ਗਿਰਦਾਵਰੀ ਕਰਨ ਜਾਂਦਾ, ਬਾਹਰ ਸਪੋਰਟ ਦੇ ਉੱਪਰ ਜਾਂਦਾ, ਗਿਰਦਾਵਰੀ ਰਜਿਸਟਰ ਅਤੇ ਇੰਤਕਾਲ ਰਜਿਸਟਰ, ਉਹ ਸਾਰਾ ਕੁਛ ਮੁਕੰਮਲ ਕਰਕੇ ਉਹਨਾਂ ਨੇ ਇੱਕ ਜਮ੍ਹਾਂਬੰਦੀ ਦੇ ਵਿੱਚ ਬਾਉਂਡ ਕਰਕੇ ਉਹਨਾਂ ਨੇ ਅਤੇ ਉਸ ਸਮੇਂ ਦੇ ਜਿਹੜੇ ਕਲੈਕਟਰ ਸੀ ਉਹਨਾਂ ਨੂੰ ਹੈਂਡਓਵਰ ਕਰਤਾ ਸੀ ਰਿਕਾਰਡ, ਤਾਂ ਕਿ ਅੱਗੇ ਉਹ ਜਿਹੜਾ ਸੀ ਉਸ ਰਿਕਾਰਡ ਨੂੰ ਟਾਈਮ ਟੂ ਟਾਈਮ ਅਪਡੇਟ ਕਰੀ ਜਾਣ। ਰਿਕਾਰਡ ਨੂੰ ਇੱਕ ਜਿਸ ਰਜਿਸਟਰ 'ਚ ਬਾਉਂਡ ਅਪ ਕੀਤਾ ਸਾਡੇ ਰੈਵਨਿਊ ਰਿਕਾਰਡ ਨੂੰ, ਜਿੰਨਾ ਟੋਟਲ ਜ਼ਮੀਨ ਦੀ ਮਾਲਕੀ ਸੀ, ਉਸ ਰਿਕਾਰਡ ਨੂੰ ਅਸੀਂ ਜਮ੍ਹਾਂ ਦਾ ਨਾਂ ਦਿੱਤਾ ਗਿਆ। ਸਾਡੇ ਐਕਟ ਦੇ ਮੁਤਾਬਕ ਜਮ੍ਹਾਂ ਮੀਨ ਸਾਡਾ ਲੈਂਡ ਰੈਵਨਿਊ, ਅਤੇ ਬੰਦੀ ਜਿਹੜੀ ਆਪਾਂ ਜਿਸ ਚੀਜ਼ ਦੇ ਵਿੱਚ ਸਾਡਾ ਰਿਕਾਰਡ ਲੈਂਡ ਰੈਵਨਿਊ ਜਿਹੜੇ ਬਾਉਂਡ ਅਪ ਕਰਕੇ ਦੇ ਦਿੱਤਾ ਜ਼ਿਮੀਂਦਾਰ ਦਾ ਟੋਟਲ ਰਿਕਾਰਡ ਔਰ ਲੈਂਡ ਰੈਵਨਿਊ ਕੀ ਲੱਗਾ ਹੈ ਉਹਨੂੰ, ਉਹਦੇ ਵਿੱਚ ਉਹਨੂੰ ਅਸੀਂ ਜਮ੍ਹਾਂਬੰਦੀ ਦਾ ਜਾਂ ਇੰਗਲਿਸ਼ 'ਚ ਆਪਾਂ ਗਏ ਤਾਂ ਰਿਕਾਰਡ ਆਫ ਰਾਈਟਸ ਜੀ ਉਹਨਾਂ ਦਾ ਨਾਂ ਦਿੱਤਾ ਗਿਆ। ਅਤੇ ਇਹਨੂੰ ਅਸੀਂ ਪ੍ਰਜੰਪਸ਼ਨ ਆਫ ਟਰੁੱਥ ਦਾ ਨਾਂ ਦਾ ਦਿੱਤਾ, ਕਿਉਂਕਿ ਇਹਦੀ ਜਿਹੜੀ ਸਾਡੀ ਉਹਦੀ ਜਿਹੜੀ ਅਥੈਂਟਿਸਿਟੀ ਹੈਗੀ ਉਸ ਜਮ੍ਹਾਂਬੰਦੀ ਰਿਕਾਰਡ ਦੀ, ਜਦੋਂ ਇੱਕ ਵਾਰ ਉਹਦੇ ਉੱਪਰ ਤਹਿਸੀਲਦਾਰ ਵੱਲੋਂ ਫਾਈਨਲ ਹੋ ਜਾਂਦੀ ਆ ਅਤੇ ਸੁਪਰੀਮ ਕੋਰਟ ਤੱਕ ਉਹਨੂੰ ਜਿਹੜੀ ਮਾਨਤਾ ਦਿੱਤੀ ਗਈ ਹੈਗੀ ਆ, ਇਹ ਸਾਡਾ ਇੰਨਾ ਜਿਹੜਾ ਪਰਮਾਨੈਂਟ ਰਿਕਾਰਡ ਹੈਗਾ ਵਾ। ਅਤੇ ਉਹਦੇ ਵਿੱਚ ਕੀ ਹੈ, ਸਾਰਾ ਟੋਟਲ ਜ਼ਿਮੀਂਦਾਰਾਂ ਦਾ ਟੋਟਲ ਸਿਸਟਮ ਜੋ ਉਹਦੇ ਵਿੱਚ ਉਹਦੀ ਕਿੰਨੀ ਦੀ ਲੈਂਡ ਓਨਰਸ਼ਿਪ ਉਹਨਾਂ ਦੀ ਕਿੰਨੀ ਹੈਗੀ ਆ, ਉਹਦਾ ਜ਼ਮੀਨ ਜਿਹੜਾ ਕੌਣ ਕਲਟੀਵੇਟ ਕਰ ਰਿਹਾ ਵਾ, ਕਿਹੜੀ ਹੈਸੀਅਤ 'ਚ ਕਰ ਰਿਹਾ ਵਾ, ਸਾਰਾ ਰਿਕਾਰਡ ਦੇ ਵਿੱਚ ਦਿੱਤਾ ਜਾਂਦਾ ਵਾ। ਤਾਂ ਇਸ ਤਰੀਕੇ ਨਾਲ ਸਾਡੇ ਰਿਕਾਰਡ ਨੂੰ ਅੱਗੇ ਕੈਰੀ ਔਨ ਕਰਕੇ ਹਰ 5 ਸਾਲ ਬਾਅਦ ਅਸੀਂ ਜਿੰਨੇ ਵੀ ਸਾਡੀ ਟ੍ਰਾਂਜੈਕਸ਼ਨ ਹੁੰਦੀਆਂ, ਮਿਊਟੇਸ਼ਨ ਹੁੰਦੀ ਆ, ਇੰਤਕਾਲ ਬਾਈ ਵੇ ਆਫ ਕੋਈ ਵਿਰਾਸਤ ਹੁੰਦੀ ਕਿਸੇ ਦੀ, ਕੋਈ ਬੰਦਾ ਮਰ ਜਾਂਦਾ, ਕੋਈ ਬੰਦਾ ਪ੍ਰੋਪਰਟੀ ਪਰਚੇਜ ਕਰਦਾ ਨਵੀਂ, ਚਾਹੇ ਉਹ ਆਪਣੇ ਮਕਾਨ ਲਈ ਕਰਦਾ, ਚਾਹੇ ਉਹ ਦੂਸਰੇ ਲਈ ਕਰਦਾ, ਉਹ ਸਾਰਾ ਰਿਕਾਰਡ ਜਿਹੜਾ ਵਾ ਸੋ ਜਿੰਨੀ ਵੀ ਟ੍ਰਾਂਜੈਕਸ਼ਨ ਕਿਸੇ ਵੀ ਤਰੀਕੇ ਨਾਲ ਜਿਹੜੀ ਸਾਡੀ ਅਦਲਾ ਬਦਲੀ ਰਿਕਾਰਡ 'ਚ ਹੁੰਦੀ ਆ, ਉਹ ਅਸੀਂ ਹਰ 5 ਸਾਲ ਬਾਅਦ ਅਸੀਂ ਅਪਡੇਟ ਕਰਕੇ ਨਵਾਂ ਰਿਕਾਰਡ ਤਿਆਰ ਕਰਦੇ ਹਾਂ। ਸੈਕੰਡਲੀ ਇਹਦੇ 'ਚ ਆ ਜਾਂਦਾ ਜਿਹੜੀ ਗੱਲ ਸਾਡੀ ਇਸ ਨਾਲ ਸੰਬੰਧਿਤ ਕਿਹੜੇ ਸਾਡੇ ਅੱਗੇ ਸਿਸਟਮ ਹੈਗੇ ਆ, ਉਹ ਹੈ ਮੈਂ ਸਾਰੇ ਜਿੰਨੇ ਵੀ ਸਾਡੇ ਵਿਊਜ਼ ਆ ਜਾਂ ਸਾਡੇ ਜ਼ਿਮੀਂਦਾਰ ਆ ਜਿਨ੍ਹਾਂ ਨੂੰ ਮੈਂ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਣਾ ਚਾਹੁੰਦਾ ਕਿ ਬੜਾ ਸਿੰਪਲ ਤਰੀਕਾ ਹੈਗਾ ਜਮ੍ਹਾਂਬੰਦੀ ਨੂੰ ਦੇਖਣ ਦਾ, ਕੋਈ ਇੰਨਾ ਟਫ ਨਹੀਂ ਕੰਮ। ਜਮ੍ਹਾਂਬੰਦੀ ਦੇ ਵਿੱਚ ਕੀ ਹੈ, ਹਰ ਬੰਦੇ ਦਾ ਨਾਮ ਹੈ, ਉਹਦਾ ਰਾਈਟ ਦਿੱਤਾ, ਉਹਦਾ ਸ਼ੇਅਰ ਦਿੱਤਾ ਹੋਇਆ ਵਾ। ਜੇ ਇੱਕ ਦਾ ਜੁਆਇੰਟ ਖਾਤਾ ਤਾਂ ਉਹਦਾ ਸ਼ੇਅਰ ਦਿੱਤਾ, ਮਸਲਨ ਕੋਈ 1/2 ਦਾ ਓਨਰ ਹੈਗਾ ਵਾ, ਕਿਸੇ ਦਾ 1/2 ਸ਼ੇਅਰ ਹੈ, ਕਿਸੇ ਦਾ 1/4 ਹੈ। ਉਹ ਟੋਟਲ ਜਿਹੜੀ ਸਾਡੀ ਖੇਵਟ ਹੈਗੀ ਆ, ਉਹ ਸਾਡੀ ਇੱਕ ਖੇਵਟ ਆਪਣੇ ਆਪ ਦੇ ਵਿੱਚ 1/1 ਹੋ ਕੇ ਸਾਡੇ ਸ਼ੇਅਰ ਜਿਹੜੇ ਉਹਦੇ ਉਹ ਪੂਰੀ ਹੋ ਕੇ ਡਿਸਟਰੀਬਿਊਟ ਕੀਤੇ ਜਾਂਦੇ ਹੈਗੇ ਆ। ਅੱਗੋਂ ਸਾਡਾ ਹੁੰਦਾ ਏਰੀਆ, ਉਸ ਖੇਵਟ ਦੇ ਵਿੱਚ ਕਿੰਨੇ ਨੰਬਰ ਖਸਰੇ ਆਉਂਦੇ ਆ,
ਕਿੰਨਾ ਏਰੀਆ ਆਉਂਦਾ ਵਾ, ਉਹ ਸਾਰਾ ਅਸੀਂ ਉਹਦੇ ਅਕੋਰਡਿੰਗ ਅਸੀਂ ਟੋਟਲ ਖੇਤ ਦੇ ਦਾ ਜਿਹੜਾ ਏਰੀਆ ਵਾ ਉਹਨੂੰ ਅਸੀਂ ਆਪਣੇ ਰਾਈਟ ਦੇ ਅਕੋਰਡਿੰਗ, ਆਪਣੇ ਹਿੱਸੇ ਦੇ ਅਕੋਰਡਿੰਗ ਡਿਵਾਈਡ ਕਰਕੇ ਅਸੀਂ ਆਪਣਾ ਹਿੱਸਾ ਈਜ਼ੀਲੀ ਕੱਢ ਸਕਦੇ ਹਾਂ। ਕੋਈ ਏਡਾ ਟਫ ਨਹੀਂ ਜੋਬ ਜਿਸ ਤਰ੍ਹਾਂ ਆਪਾਂ ਸੋਚਦੇ ਹਾਂ ਵੀ ਪਟਵਾਰੀ ਨੇ ਲਿਖਤਾ ਰਿਕਾਰਡ, ਪਤਾ ਨਹੀਂ ਕੀ ਉਹ ਕਰਤਾ ਜੀ, ਪਟਵਾਰੀ ਨੂੰ ਪਤਾ ਵਾ, ਇੱਦਾਂ ਦੀ ਕੋਈ ਗੱਲ ਨਹੀਂ। ਵੈਰੀ ਸਿੰਪਲ ਆ, ਕਿਉਂਕਿ ਸਾਡਾ ਰਿਕਾਰਡ ਹੁਣ ਆਨਲਾਈਨ ਚੱਲ ਰਿਹਾ ਸਾਰਾ। ਸਭ ਅਰਬਨ ਏਰੀਆ ਕੋਈ ਛੱਡ ਕੇ ਬਾਕੀ ਸਾਰਾ ਜਿੰਨਾ ਪਿੰਡਾਂ ਦਾ ਰਿਕਾਰਡ ਆ ਸਾਰਾ ਆਨਲਾਈਨ ਆ। ਕਿਸੇ ਟਾਈਮ ਦੇ ਉੱਪਰ ਸਾਡੀ ਜਿਹੜੀ ਵੈਬਸਾਈਟ ਦੇ ਉੱਪਰ ਜਿਹੜੀ ਪੰਜਾਬ ਗੌਰਮੈਂਟ ਦੀ ਹੈਗੀ ਆ, ਲੈਂਡ ਰੈਵਨਿਊ ਸੰਬੰਧਿਤ ਹੈਗੀ ਆ, ਉਹ ਤਾਂ ਅਸੀਂ ਦੇਖਿਆ ਜਾ ਸਕਦਾ ਵਾ, ਕੋਈ ਬੰਦਾ ਵੀ ਉਹਨੂੰ ਚੈੱਕ ਕਰ ਸਕਦਾ। ਤੇ ਇਸ ਤਰ੍ਹਾਂ ਨਹੀਂ ਕਿ ਜਿਹੜਾ ਪੁਰਾਣੀ ਜਿਹੜੀਆਂ ਫਰਦਾਂ ਸੀ ਜਾਂ ਜਿੰਨੀਆਂ ਜਮ੍ਹਾਂਬੰਦੀ ਪਟਵਾਰੀ ਸਾਹਿਬਾਨ ਜਿਹੜੇ ਜਾਂ ਅਫਸਰ ਸੀਗੇ ਹੱਥੀਂ ਉਹ ਲਿਖਦੇ ਸੀ ਸਾਰੀਆਂ ਫਰਦਾਂ ਵਗੈਰਾ, ਤੇ ਹੁਣ ਡਿਜੀਟਲ ਜਿਹੜਾ ਚਾੜਨ ਨਾਲ ਆਪਣਾ ਕੁਝ ਪ੍ਰੋਬਲਮ ਨਹੀਂ ਆਈਆਂ? ਦੇਖੋ ਜੀ, ਜੋ ਮੇਰਾ ਆਪਣਾ ਜਾਤੀ ਤਜਰਬਾ ਵਾ, ਡਿਜੀਟਲ ਹੋਣ ਦੇ ਨਾਲ ਸਾਨੂੰ ਇਹ ਜ਼ਰੂਰ ਪਤਾ ਲੱਗਿਆ ਵਾ ਵੀ ਸਾਡਾ ਅਸੀਂ ਈਜ਼ੀਲੀ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਵੀ ਸਾਨੂੰ ਪਤਾ ਜਲਦੀ ਲੱਗ ਜਾਂਦਾ ਵਾ, ਅਸੀਂ ਉਹਨੂੰ ਕੰਪਿਊਟਰ 'ਤੇ ਔਨ ਕੀਤਾ ਤਾਂ ਪਤਾ ਲੱਗ ਗਿਆ। ਬਟ ਜਦੋਂ ਸਾਡਾ ਪਟਵਾਰੀ ਆਪ ਬੈਠ ਕੇ ਕੰਮ ਕਰਦਾ ਸੀ, ਜਦੋਂ ਉਹਦਾ ਸਿਰਫ ਰੈਵਨਿਊ ਦਾ ਨਾਲ ਸੰਬੰਧਿਤ ਤੋਂ ਕੰਮ ਲੈ ਜਾਂਦੇ ਸੀਗੇ, ਉਸ ਟਾਈਮ ਦੇ ਉੱਪਰ ਉਹ ਪ੍ਰੋਪਰ ਬਿਨਾਂ ਰਿਕਾਰਡ ਨੂੰ ਤਿਆਰ ਕਰਦਾ ਸੀ, ਬੈਠਦਾ ਸੀ, ਆਪਣੇ ਹੱਥੀਂ ਕਰਦਾ ਸੀ ਕੰਮ। ਸਾਰੀਆਂ ਮਿਸਟੇਕਸ ਜਿਹੜੀਆਂ ਨੂੰ ਪਤਾ ਲੱਗਦਾ ਸੀ, ਜਾਂ ਕੋਈ ਟ੍ਰਾਂਜੈਕਸ਼ਨ ਸੀ ਜਦੋਂ ਆਪਣੇ ਹੱਥੀਂ ਕਰਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਇਹਦੇ 'ਚ ਆਹ ਮਿਸਟੇਕ ਹੈਗੀ ਆ। ਕਿਉਂਕਿ ਹੁਣ ਅਸੀਂ ਜਦੋਂ ਉੱਥੇ ਰਿਕਾਰਡ ਨੂੰ ਅਸੀਂ ਫੀਡ ਕਰਾ ਕੇ ਆਉਂਦੇ ਹਾਂ, ਅਤੇ ਫੀਡ ਕਰਾਉਣ ਤੋਂ ਬਾਅਦ ਜਿਹੜਾ ਸਾਨੂੰ ਪ੍ਰਿੰਟ ਮਿਲਦਾ ਵਾ, ਕਈ ਵਾਰ 'ਚ ਮਿਸਟੇਕਸ ਹੁੰਦੀਆਂ ਵਾ, ਕਈ ਵਾਰੀ ਪਟਵਾਰੀ ਕੋਲੋਂ ਓਵਰਲੋਡ ਵਰਕ ਕਰਕੇ ਓਵਰਲੋਕ ਹੋ ਜਾਂਦੀਆਂ, ਕਈ ਵਾਰੀ ਸਾਡੀ ਹੋਰ ਕਰਕੇ ਆਉਂਦੀ, ਇਹਦਾ ਕਰਕੇ ਖਿਮਿਆਜਾ ਜ਼ਿਮੀਂਦਾਰ ਨੂੰ ਭੁਗਤਣਾ ਪੈਂਦਾ, ਕਿਉਂਕਿ ਮਿਸਟੇਕਸ ਹੋ ਜਾਂਦੀਆਂ ਵਾ। ਜਦੋਂ ਜ਼ਿਮੀਂਦਾਰ ਲੈਣ ਜਾਂਦਾ ਤਾਂ ਕਈ ਵਾਰ ਉਹਦਾ ਨਾਂ ਗਲਤ ਹੋਇਆ ਹੁੰਦਾ ਵਾ, ਕਈ ਵਾਰੀ ਹੁੰਦਾ। ਮੇਰੇ ਖਿਆਲ ਦੇ ਨਾਲ ਰਿਕਾਰਡ ਜਿਹੜਾ ਵਾ ਅਪਡੇਟ ਹੋਣ ਦੇ ਨਾਲ ਸਾਨੂੰ ਇੰਨਾ ਜ਼ਿਆਦਾ ਉਹਦਾ ਬੈਨੀਫਿਟ ਨਹੀਂ ਹੋਇਆ ਜਿੰਨਾ ਸਾਡਾ ਹਾਲੇ ਫਿਲਹਾਲ ਜੋ ਸਾਡੀ ਹਾਲੇ ਉੱਚ ਤਰੁੱਟੀਆਂ ਕਰਕੇ ਨੁਕਸਾਨਦੇਹ ਹੋ ਰਿਹਾ ਹੈ। ਮਤਲਬ ਕਾਫੀ ਕੁਛ ਜਿਹੜਾ ਇਹ ਵਿੱਚ ਆਪਾਂ ਕਹਿ ਤਰੁੱਟੀਆਂ ਹੈਗੀਆਂ, ਕਾਫੀ ਤਰੁੱਟੀਆਂ ਜੀ, ਬਹੁਤ ਜ਼ਿਆਦਾ ਤਰੁੱਟੀਆਂ ਹੈਗੀਆਂ। ਸਾਡਾ ਰਿਕਾਰਡ ਜਿਹੜਾ ਉਹਦੇ ਵਿੱਚ ਕਾਫੀ ਜ਼ਿਆਦਾ, ਕਿਉਂਕਿ ਸਰਕਾਰ ਦੇ ਨਾਲ ਸਾਡੀਆਂ ਜਥੇਬੰਦੀ ਤੌਰ 'ਤੇ ਵੀ ਮੀਟਿੰਗਾਂ ਹੁੰਦੀਆਂ ਵੀ ਇਹਦੇ ਵਿੱਚ ਆਹ ਸਾਡੀਆਂ ਤਰੁੱਟੀਆਂ ਜਦੋਂ ਦੱਸਦੇ ਅਸੀਂ ਜਾ ਕੇ ਵੀ ਸਾਡੀਆਂ ਇਹ ਕਮੀਆਂ ਹੈਗੀਆਂ ਵਾ, ਕਿਉਂਕਿ ਸਾਡੇ ਕਈ ਇੱਦਾਂ ਦੇ ਟੈਂਡੈਂਸੀ ਇੱਕ ਦੇ ਨਾਲ ਸੰਬੰਧਿਤ ਸਾਡੀਆਂ ਇੱਦਾਂ ਦੀਆਂ ਰੂਲਸ ਹੈਗੇ ਆ ਜਿਹੜੇ ਹਾਲੇ ਤੱਕ ਸਾਡੇ ਅਪਡੇਟ ਨਹੀਂ ਹੋ ਸਕੇ। ਉਹਨਾਂ ਵਾਸਤੇ ਹੁਣ ਸਾਡੇ ਕੋਲ ਲੈਂਡ ਰਿਫੋਰਮਸ ਕਮਿਸ਼ਨ ਕੈਂਪ ਕੀਤਾ ਸਰਕਾਰ ਵੱਲੋਂ ਹੋਇਆ ਵਾ, ਉਹ ਜਿੰਨੀਆਂ ਵੀ ਸਾਡੀਆਂ ਕਮੀਆਂ ਵਾ ਸਾਰੀਆਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਦੱਸਦੇ ਵੀ ਹਾਂ। ਜਿਹੜੇ ਸਾਡੇ ਸੀਨੀਅਰ ਸਾਡੇ ਕੋਲ ਰਿਟਾਇਰ ਹੋ ਚੁੱਕੇ ਸਾਥੀ ਉਹ ਵੀ ਦੱਸਦੇ ਆ, ਜਾਂ ਜਿਹੜੇ ਸਾਡੇ ਜੋਬ ਦੇ ਵਿੱਚ ਆ ਉਹ ਵੀ ਦੱਸਦੇ ਹੈਗੇ ਆ ਵੀ ਇਹ ਕਮੀਆਂ, ਤਾਂ ਕਿ ਜ਼ਿਮੀਂਦਾਰਾਂ ਦਾ ਉੱਚ ਨੁਕਸਾਨ ਨਾ ਹੋਵੇ, ਅਪਡੇਟ ਹੋ ਸਕੇ। ਹੁਣ ਕੀ ਹੈਗਾ ਵਾ, ਪਟਵਾਰੀ ਨੂੰ ਇੱਕ ਵਰਕ ਸਟੇਸ਼ਨ 'ਤੇ ਬਿਠਾ ਦਿੱਤਾ ਗਿਆ। ਪਟਵਾਰੀ ਦੇ ਦਫ਼ਤਰ ਜਿਹੜੇ ਉਹ ਸ਼ਹਿਰ ਲੈਵਲ 'ਤੇ ਆ ਗਏ। ਪਿੰਡ ਦੇ ਵਿੱਚ ਕੋਈ ਦਫ਼ਤਰ ਨਾ ਹੋਣ ਕਰਕੇ ਪਟਵਾਰੀ ਦੇ ਕੋਲ ਪਿੰਡ ਪਟਵਾਰੀ ਜਾਂਦਾ ਨਹੀਂ, ਅਤੇ ਉਹਦਾ ਸਿਰਫ ਡਾਇਰੈਕਟਲੀ ਆ ਲਿੰਕ ਸੀ ਪਬਲਿਕ ਦੇ ਨਾਲ ਉਹ ਕੱਟਿਆ ਗਿਆ। ਉਸ ਕਰਕੇ ਪ੍ਰੋਬਲਮ ਸਾਡੀ ਜਿਹੜੀਆਂ ਹੈਗੀਆਂ ਵੀ ਪਬਲਿਕ ਨੂੰ ਜਾਣਦਾ ਨਹੀਂ। ਜੇ ਅੱਜ ਪਟਵਾਰੀ ਨੂੰ ਜਾ ਕੇ ਕਹੀਏ ਵੀ ਪਿੰਡ ਚੱਲ ਜਾਓ, ਪਿੰਡ ਜਾ ਕੇ 10 ਬੰਦੇ ਆਏ ਆ, ਉਹਦਾ ਕੋਈ ਮੈਨੇਜ ਕਰਨਾ ਤਾਂ ਬੜਾ ਟਫ ਹੁੰਦਾ। ਜਦ ਕਿ ਪਿਛਲੇ ਸਮਿਆਂ ਦੇ ਵਿੱਚ ਇਹ ਸੀ ਵੀ ਪਟਵਾਰੀ ਨੂੰ ਕਿਸੇ ਵੀ ਅਫਸਰ ਨੇ, DC ਸਾਹਿਬ ਆਉਂਦੇ ਆ ਜਾਂ ਹੋਰ ਅਫਸਰ ਸਾਡੇ ਆਉਂਦੇ ਆ, ਤਾਂ ਜਾਂ ਈਵਨ ਕਿਤੇ ਫਲੱਡ ਦੇ ਟਾਈਮਾਂ ਦੇ ਵਿੱਚ ਆਉਂਦੇ ਆ, ਤਾਂ ਪਟਵਾਰੀ ਨੂੰ ਜੀ ਡਿਊਟੀ ਲਾਈ ਜਾਂਦੀ ਸੀ, ਤਾਂ ਪਟਵਾਰੀ ਨੂੰ ਗੈਦਰਿੰਗ ਕਰਨਾ ਪਲੱਸ ਉਹਨਾਂ ਨੂੰ ਮੈਨੇਜ ਕਰਨਾ, ਹਰ ਤਰ੍ਹਾਂ ਦਾ ਪਟਵਾਰੀ ਦੇ ਕੋਲ ਸਕਿੱਲ ਸੀ, ਜ਼ਿੰਮੇਵਾਰੀ ਸੀ ਉਹਦੀ। ਜ਼ਿੰਮੇਵਾਰੀ ਸੀ। ਅੱਛਾ, ਇੱਕ ਹੋਰ ਸਵਾਲ ਸੀਗਾ ਕਿ ਜਿਹੜੇ NRI ਸਾਡੇ ਵੀਰ ਹੈ ਬਾਹਰ ਕੈਨੇਡਾ, ਅਮਰੀਕਾ, ਬਾਹਰ ਫੋਰਨ ਜਿੰਨੇ ਵੀ ਰਹਿੰਦੇ ਆ, ਉਹਨਾਂ ਦੀਆਂ ਜ਼ਮੀਨਾਂ ਇੱਥੇ ਆ ਕਾਫੀ ਟਾਈਮ ਤੋਂ, ਕੁਝ ਬੰਦੇ ਆਏ ਨਹੀਂ, ਜਦੋਂ ਬੱਚੇ ਉੱਧਰ ਹੋ ਗਏ ਆਉਣਾ ਚਾਹੁੰਦੇ ਨਹੀਂ, ਉਹਨਾਂ ਦੀਆਂ ਜ਼ਮੀਨਾਂ 'ਤੇ ਇੱਧਰਲੇ ਕੁਛ ਰਿਸ਼ਤੇਦਾਰ ਜਾਂ ਕਿਸੇ ਨੂੰ ਕਿਰਾਏ 'ਤੇ ਦਿੱਤੀ ਗਈ, ਉਹਨਾਂ ਦੇ ਕਾਬਜ਼ ਹੋਣ 'ਤੇ ਵੀ ਇਹ ਬੜੇ ਹੈਗਾ ਕਿ ਮੁੱਦੇ ਆਉਂਦੇ ਆ। ਨਹੀਂ, ਇਹਦੇ ਵਿੱਚ ਸਰਕਾਰ ਵੱਲੋਂ ਬੜੇ ਸਖਤ ਕਾਨੂੰਨ ਹੈ, ਬੜੀ ਗੱਲ ਚੱਲਦੀ ਹੈ, ਕੁਛ ਅਵੇਅਰਨੈਸ ਦੀ ਘਾਟ ਹੈਗੀ ਆ। ਮੈਂ ਇਸ ਗੱਲ ਦਾ ਨਾਲ ਮੁਤਫਿਕ ਨਹੀਂ ਵੀ ਕਿਸੇ ਵੀ ਸਾਡੇ ਵੀਰ ਦੇ ਬਾਹਰ ਬਿਠਾ ਦੋ ਉਹਦੀ ਜ਼ਮੀਨ 'ਤੇ ਕੋਈ ਨਜਾਇਜ਼ ਕਬਜ਼ਾ ਕਰ ਲਏ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਕਿਉਂਕਿ ਸਰਕਾਰ ਵੱਲੋਂ NRI ਕੋਰਟਸ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਹੈਗੀਆਂ, ਉਹਦੇ ਵਿੱਚ ਇਹਨਾਂ ਦੇ ਵੱਖਰੇ ਕੇਸ ਹੈ, ਈਵਨ ਤਕਸੀਮਾਂ ਦੇ ਕੇਸ ਵੱਖਰੇ ਆ, ਡਿਸਟ੍ਰਿਕਟ ਰੈਵਨਿਊ ਅਫਸਰ ਦੇ ਕੋਲ ਉਹਨਾਂ ਦੇ ਪਾਵਰਾਂ ਹੈਗੀਆਂ ਵਾ, ਉਹ ਜੇ ਕੋਈ ਪਾਰਟੀਸ਼ਨ ਕਰਦੇ ਤਦ ਵੀ ਹੈਗੇ ਆ। ਪਰ ਫਿਰ ਵੀ ਮੈਂ ਜਿੰਨੇ ਵੀ ਜ਼ਿਮੀਂਦਾਰ ਸਾਡੇ ਜਿਹੜੇ ਬਾਹਰ ਗਏ ਹੈਗੇ ਆ, ਉਹਨਾਂ ਨੂੰ ਮੈਂ ਇੱਕ ਜ਼ਰੂਰ ਸੁਜੈਸਟ ਕਰਨਾ ਚਾਹਾਂਗਾ ਕਿ ਜਦੋਂ ਵੀ ਜਾਂਦੇ ਆ ਨੋਮੀਨਲ ਜੀ ਕਿਵੇਂ ਦੇ 'ਚ ਭਾਵੇਂ ਉਹ ਆਪਣਾ ਜਿਹੜੀ ਪ੍ਰੋਪਰਟੀ ਆ ਉਹ ਮੌਰਗੇਜ ਕਰਕੇ ਜਾਣ, ਮੌਰਗੇਜ ਦਬਾਓ, ਗਹਿਣੇ ਕਰਕੇ ਜਾਣ। ਗਹਿਣੇ ਦੀ ਸਾਡੀ ਪੋਜੀਸ਼ਨ ਹੈ, ਚਾਹੇ ਉਹ ਆਪਾਂ ਮਿਆਦੀ ਕਰ ਲਈਏ ਵੀ ਮੈਂ 5 ਸਾਲ ਬਾਅਦ ਛਡਾ ਲੂੰਗਾ, 10 ਸਾਲ ਬਾਅਦ ਛਡਾ ਲੂੰਗਾ, ਉਹਦੇ 'ਚ ਕੀ ਸਾਡੇ ਰਾਈਟ ਸਿਕਿਉਰ ਇਹ ਤਰ੍ਹਾਂ ਰਹਿੰਦੇ ਹੈਗੇ ਆ ਵੀ ਜਦੋਂ ਵੀ ਅਸੀਂ ਉਹਦਾ ਈਵਨ ਜੇ ਬੰਦਾ ਕੋਈ ਕਾਗਜ਼ ਬੈਠਾ ਵੀ ਉਹ ਛੱਡਦਾ ਨਹੀਂ ਜ਼ਮੀਨ ਸਾਡੀ, ਤਾਂ ਅਸੀਂ ਥਰੂ ਕੋਰਟ ਜਿਹੜਾ ਹੈਗਾ ਉਹ ਪੈਸੇ ਜਿਹੜੇ ਸਾਡੇ ਹੈਗੇ ਆ ਜਮ੍ਹਾਂ ਕਰਾ ਕੇ ਵਾਪਸ ਜ਼ਮੀਨ ਆਪਣੇ ਦਾ ਦਖਲ ਜਾਰੀ ਕਰਵਾ ਸਕਦੇ ਹਾਂ। ਇਸ ਕਰਕੇ ਸਾਡਾ ਜਿਹੜਾ ਰਾਈਟ ਬੜਾ ਸਿਕਿਉਰ ਰਹਿੰਦਾ ਵਾ। ਜਦੋਂ ਆਪਾਂ ਐਵੇਂ ਦੇ ਜਾਂਦੇ ਆਪਾਂ ਕਿਸੇ ਰਿਸ਼ਤੇਦਾਰ ਨੂੰ ਦੇ ਜਾਂਦੇ, ਉਹਨੂੰ ਪੁੱਛਦੇ ਨਹੀਂ ਭਾਈ ਕੀ ਹੈਗਾ ਵਾ, ਅਤੇ ਫਿਰ ਸਾਡੀ ਜਿਹੜੀ ਇੱਦਾਂ ਦੀ ਪ੍ਰੋਬਲਮ ਜਿਹੜੀ ਆਉਂਦੀਆਂ। ਅੱਛਾ ਜੀ, ਇੱਕ ਦੱਸੋ ਕਿ ਲਾਲ ਲਕੀਰ ਵਾਲੀ ਜਿਹੜੀ ਜ਼ਮੀਨ ਹੈ ਉਹਦੀ ਬਾਰੇ ਕੁਛ ਜਾਣਕਾਰੀ ਸਾਨੂੰ ਦੱਸੋ ਕਿ ਆਮ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਲਾਲ ਲਕੀਰ ਜਿਹੜਾ ਕੀ ਹੁੰਦੀ ਲਾਲ ਲਕੀਰ ਹੈ। ਅਸਲ ਦੇ ਵਿੱਚ ਜਦੋਂ ਸਾਡੇ ਪਿੰਡ ਐਸਟੈਬਲਿਸ਼ ਹੋਏ ਆ ਜੀ, ਜਦੋਂ ਵੀ ਬਹੁਤ ਪੁਰਾਣੀ ਗੱਲ ਕਰੀਏ ਆਪਾਂ, ਸਾਡੇ ਜਿੱਦਾਂ 85 ਤੋਂ ਜਾਂ 1885 ਤੋਂ ਜਾਂ ਉਦੋਂ ਪਹਿਲਾਂ ਜਦੋਂ ਵੀ ਸਾਡੇ ਪਿੰਡ ਐਸਟੈਬਲਿਸ਼ ਹੋਏ ਆ, ਕੋਈ ਪਿੰਡ ਦਾ ਏਰੀਆ ਡਿਵੈਲਪ ਕੀਤਾ ਵਾ, ਤਾਂ ਸਟਾਰਟਿੰਗ ਦੇ ਵਿੱਚ ਜਦੋਂ ਵੀ ਉੱਥੇ ਦਾ ਉਸ ਜ਼ਮੀਨ ਨੂੰ ਡਿਵੈਲਪ ਕਰਨ ਵਾਸਤੇ ਜਿਹੜਾ ਵੀ ਪਰਸਨ ਆਇਆ,
ਉਹਨੇ ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਆਇਆ, ਉਹ ਉੱਥੇ ਰਹਿਣ ਵਾਸਤੇ ਆਪਣੀ ਨੈਸੈਸਿਟੀ ਦੇ ਅਕੋਰਡਿੰਗ ਉਹਨਾਂ ਨੂੰ ਘਰ ਬਣਾ ਕੇ ਦਿੱਤੇ। ਜਿਸ ਏਰੀਏ ਦੇ ਵਿੱਚ ਉਹਨਾਂ ਨੂੰ ਸਾਂਝੇ ਤੌਰ 'ਤੇ ਇੱਕ ਏਰੀਆ ਉਹਨੇ ਲੋਕੇਟ ਕਰਕੇ ਉਹ 'ਚ ਘਰ ਬਣਾ ਦਿੱਤੇ, ਉਹਨਾਂ 'ਚ ਗਲੀਆਂ ਛੱਡ ਦਿੱਤੀਆਂ, ਉਹਨਾਂ 'ਚ ਕਾਮਨ ਚੀਜ਼ਾਂ ਛੱਡ ਲਈਆਂ। ਉਹ ਜਿਹੜਾ ਏਰੀਆ ਜਿੱਥੇ ਮਕਾਨ ਬਣੇ ਸੀਗੇ ਉਸ ਏਰੀਏ ਦੇ ਸਰਾਊਂਡਿੰਗ ਦੇ ਵਿੱਚ ਇੱਕ ਉਹਨੇ ਫਿਰਨੀ ਬਣਾ ਦਿੱਤੀ। ਉਸ ਫਿਰਨੀ ਦੇ ਅੰਦਰਲਾ ਜਿਹੜਾ ਏਰੀਆ ਸੀ ਉਹਨੂੰ ਆਪਾਂ ਲਾਲ ਲਕੀਰ ਕਹਿੰਦੇ ਹੈਗੇ। ਦੂਜੇ ਲਫ਼ਜ਼ ਦੇ ਵਿੱਚ ਉਹ ਏਰੀਆ ਜਿੱਥੇ ਪਿੰਡ ਦੇ ਵਿੱਚ ਉਹ ਏਰੀਆ ਜਿੱਥੇ ਲੋਕਾਂ ਦੇ ਆਪਣੇ ਘਰ ਬਣਾ ਕੇ ਰਹਿਣ ਲਈ ਘਰ ਬਣੇ ਹੋਏ ਹੈਗੇ ਆ, ਉਹ ਏਰੀਆ ਲਾਲ ਲਕੀਰ ਦਾ ਏਰੀਆ ਹੁੰਦਾ। ਅਤੇ ਉਹਦੇ ਵਿੱਚ ਜਿਹੜੇ ਬੰਦੇ ਬਤੌਰ ਮਾਲਕ ਜਾਂ ਜਿਸ ਤਰ੍ਹਾਂ ਵੀ ਉਹ ਕਾਬਜ਼ ਬੈਠੇ ਆ, ਜਿਸ ਤਰ੍ਹਾਂ ਦਾ ਉਹਨਾਂ ਦੇ ਪੁਰਾਣੇ ਰੀਤੀ ਰਿਵਾਜਾਂ ਮੁਤਾਬਕ ਉਹਨਾਂ ਬਿਠਾਇਆ ਗਿਆ ਵਾ, ਉਹਨਾਂ ਦੇ ਰਾਈਟ ਐਸਟੈਬਲਿਸ਼ ਕੀਤੇ ਆ। ਅਤੇ ਮੈਂ ਇੱਕ ਗੱਲ ਦੱਸੀ ਚਾਹਾਂਗਾ ਕਿ ਅੱਜ ਨਵੇਂ ਐਕਟ ਦੇ ਅਕੋਰਡਿੰਗ ਨਵੇਂ ਜਿਹੜੇ ਲੈਂਡ ਰਿਫਾਰਮਸ ਹੋ ਰਹੇ ਆ, ਉਹਦੇ ਵਿੱਚ ਸਰਕਾਰ ਇਸ ਗੱਲ ਦੇ ਨਾਲ ਕਾਫੀ ਜ਼ਿਆਦਾ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਪਿੰਡਾਂ ਦਾ ਅੰਦਰਲਾ ਰਿਕਾਰਡ ਹੈ, ਜਿਹੜੇ ਪਿੰਡਾਂ ਦੇ ਅੰਦਰਲੇ ਮਾਲਕ ਬੈਠੇ ਆ, ਜਿਹਦਾ ਕਬਜ਼ਾ ਹੈਗਾ ਵਾ, ਉਹਨਾਂ ਦਾ ਪੂਰਾ ਰਿਕਾਰਡ ਤਿਆਰ ਕਰਕੇ ਇੱਕ ਵੱਖਰੇ ਤੌਰ 'ਤੇ ਉਹਦਾ ਰਿਕਾਰਡ ਤਿਆਰ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਉਹਦੀ ਆਪਣੀ ਰਾਈਟ ਟ੍ਰਾਂਜੈਕਸ਼ਨ ਕੋਈ ਕਿਸੇ ਦੇ ਵਿੱਚ ਨਹੀਂ ਹੈ, ਕਿਸੇ ਨੇ ਖਰੀਦਣੀ ਹੈ, ਕਿਸੇ ਨੇ ਕੋਈ ਜ਼ਮਾਨਤ ਦੇਣੀ ਆ, ਤਾਂ ਉਹਨਾਂ ਨੂੰ ਕੋਈ ਇੱਦਾਂ ਦਾ ਕੋਈ ਦਿੱਕਤ ਨਾ ਆਵੇ। ਜਦੋਂ ਕੋਈ ਬੰਦਾ ਬੈਠਾ ਵਾ, ਈਵਨ ਕੋਈ ਟੈਨੈਂਟ ਬੈਠਾ ਵਾ, ਕਹਿੰਦਾ ਮੈਂ ਟੈਨੈਂਟ ਬੈਠਾ ਅੰਦਰ ਲਾਲ ਕਿਲ੍ਹਾ ਰਕਬੇ ਦੇ ਵਿੱਚ ਬਹਿ ਗਿਆ, ਮੈਂ ਹੀ ਮਾਲਕ ਹਾਂ, ਜਿਹਦਾ ਕਬਜ਼ਾ ਉਹ ਹੀ ਮਾਲਕ ਬਣਦਾ ਆਪਾਂ ਕਰਦੇ। ਉਹ ਜਦੋਂ ਫਿਰ ਉਹ ਕਿਸੇ ਦੀ ਪ੍ਰੋਪਰਟੀ ਦੇ ਵਿੱਚ ਐਜ ਟੈਨੈਂਟ ਬੈਠਾ ਵਾ ਤਾਂ ਮੁੜ ਕੇ ਕਿਸੇ ਗਾਹ ਵੇਚ ਜਾਂਦਾ, ਮੈਂ ਮਾਲਕ ਹਾਂ ਜੀ। ਉਹਨਾਂ ਚੀਜ਼ਾਂ ਨੂੰ ਸਿਕਿਉਰ ਕਰਨ ਦੀ ਖਾਤਰ ਇਹ ਰਿਕਾਰਡ ਜਿਹੜੀ ਇਹ ਪ੍ਰੋਬਲਮ ਬਣੀ, ਰਜਿਸਟਰੀਆਂ ਬੰਦ ਕੀਤੀਆਂ ਸਰਕਾਰ ਨੇ ਵੀ ਕੋਈ ਜ਼ਮੀਨ ਦੂਜਾ ਨਾ ਵੇਚੇ, ਜੇ ਕਿਸੇ ਕੋਲ ਪਹਿਲਾਂ ਰਾਈਟ ਪੁਰਾਣਾ ਹੈਗਾ ਤਾਂ ਦੀ ਵੇਚੇ ਉਹ। ਇਸ ਕਾਰਨ ਕਰਕੇ ਅਸੀਂ ਸਾਰਾ ਕੁਛ ਉਹਦਾ ਹੁਣ ਨਵੇਂ ਤੌਰ ਤਰੀਕੇ ਨਾਲ ਰਿਕਾਰਡ ਤਿਆਰ ਹੋ ਰਿਹਾ ਵਾ ਤਾਂ ਕਿ ਹਰ ਬੰਦੇ ਨੂੰ ਮਾਲਕੀ ਦੇ ਰਾਈਟ ਦਿੱਤੇ ਜਾ ਸਕਣ, ਤਾਂ ਕਿ ਉਹ ਆਪਣੀਆਂ ਲੋੜਾਂ ਦੇ ਅਕੋਰਡਿੰਗ ਆਪਣੇ ਕਿਤੇ ਵੀ ਗਹਿਣੇ ਕਰਨੀ ਹੋਵੇ, ਬੈਂਕ ਤੋਂ ਲੋਨ ਲੈਣਾ ਹੋਵੇ, ਆਪਣੀ ਪ੍ਰਾਪਰਟੀ ਨੂੰ ਦੇ ਸਕੇ। ਅੱਛਾ ਜੀ, ਇੱਕ ਹੋਰ ਸੀਗਾ ਕਿ ਜਿਹੜੀ ਫਰਦ ਲੈਣ ਦਾ ਹੁਣ ਹੋ ਗਿਆ ਕਿ ਫਰਦ ਲੈਣੀ ਜਿਹੜੀ ਉਹ ਉੱਥੋਂ ਤਹਿਸੀਲੋਂ ਕੰਪਿਊਟਰ ਤੋਂ ਸਾਰੀ ਮਿਲਦੀ ਹੈ, ਉਹਦੇ ਲਈ ਫੀਸ ਕਿੰਨੀ ਲੱਗਦੀ ਸਹੀ ਜੇ ਸਰਕਾਰੀ, ਅਤੇ ਰਜਿਸਟਰੀ ਕਰਵਾਉਣ ਲਈ ਜਿਹੜੇ ਪੇਪਰ ਸਾਡੀ ਡਿਊਟੀ ਲੱਗਦੀ ਹੈ ਉਹ ਸਹੀ ਜਿਹੜੀ ਕਿੰਨੀ ਹੈ? ਬਾਹਰ ਉਹ ਲੋਕ ਜ਼ਿਆਦਾ ਵੀ ਲਈ ਜਾਂਦੇ ਆ। ਦੇਖੋ ਜਿਹੜੀ ਪਟਵਾਰੀ ਦੇ ਕਿਸੇ ਵੀ ਕਾਗਜ਼ ਦੀ ਜਿਹੜੀ ਰਿਕਾਰਡ ਦੀ ਫੀਸ ਜਿਹੜੀ ਹੈਗੀ ਹੈ, ਚਾਹੇ ਉਹ ਪਟਵਾਰੀ ਦਾ ਰਿਕਾਰਡ ਇੱਥੇ ਸਾਡੇ ਕੋਲ ਜਿਹੜਾ ਫਰਦ ਕੇਂਦਰਾਂ ਤੋਂ ਮਿਲਦਾ ਵਾ, ਚਾਹੇ ਪਟਵਾਰੀ ਦੇ ਕੋਲ ਮਿਲਦਾ, ਉਹਦੀ ਵੱਖ ਟਾਈਮ ਦੇ ਉੱਪਰ ਸਰਕਾਰ ਵੱਲੋਂ ਫੀਸ ਨਿਰਧਾਰਿਤ ਕੀਤੀ ਗਈ ਆ। ਉਹਦੇ ਵਿੱਚ ਜਿਹੜਾ ਹੁਣ ਜਿਹੜੀ ਫੀਸ ਚੱਲ ਰਹੀ ਹੈਗੀ ਆ ਜਮ੍ਹਾਂਬੰਦੀ ਦੀ ਕਾਪੀ ਦੀ ਹੈਗੀ ਆ 25 ਰੁਪਏ ਪਰ ਪੇਜ ਦੀ ਜਿਹੜੀ ਇਹ ਫੀਸ ਸਾਡੀ ਚੱਲਦੀ ਹੈਗੀ ਆ। ਉਹ ਹਰ ਪੇਜ ਉਹ ਇੱਕ ਪੇਪਰ ਦੇ ਦੋਨਾਂ ਸਾਈਡਾਂ ਤੋਂ ਜੋ ਕੋਈ ਕਾਪੀ ਲੈਂਦਾ ਵਾ, ਦੋ ਪੇਜ 50 ਰੁਪਏ ਜਿਹੜੇ ਹੈਗੇ ਉਹਨਾਂ ਨੂੰ ਜਮ੍ਹਾਂ ਕਰਾਉਣੇ ਪੈਣਗੇ, ਜਾਂ ਜਿਸ ਤਰ੍ਹਾਂ ਜਿੰਨੇ ਵੀ ਪੇਪਰ ਬਣਦੇ ਹੈਗੇ ਆ ਉਹ ਫੀਸ ਜਿਹੜੀ ਹੈਗੀ ਉਹ ਦਿੱਤੀ ਜਾਂਦੀ ਹੈਗੀ ਆ। ਜਿਹੜੀ ਗੱਲ ਰਜਿਸਟਰੀ ਕਰਾਉਣ ਦੀ ਗੱਲ ਆ, ਰਜਿਸਟਰੀ ਉੱਪਰ ਵੀ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਵਾ, ਉਹਦੇ ਵਿੱਚ ਰਜਿਸਟ੍ਰੇਸ਼ਨ ਫੀਸ ਜਿਹੜੀ ਹੈਗੀ ਆ ਉਹ ਅਲੱਗ ਹੈਗੀ ਆ, ਇੰਤਕਾਲ ਫੀਸ ਅਲੱਗ ਆ, ਜਿਹੜੀ PLR ਸੁਸਾਇਟੀ ਦੀ ਫੀਸ ਅਲੱਗ ਹੈਗੀ ਆ। ਉਹ ਵੱਖ-ਵੱਖ ਤਰ੍ਹਾਂ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਵਾ। ਉਹ ਓਵਰਆਲ ਜਿਹੜੀ ਹੈਗੀ ਉਹ 10% ਜਿਹੜੀ ਹੈਗੀ ਆ ਉਹ ਸਾਡੀ ਬਣਦੀ ਹੈਗੀ ਆ, ਜਿਹੜੀ ਸਾਡਾ ਖਰਚਾ ਬਣਦਾ ਵਾ ਸਟਾਂਪ ਪਲੱਸ ਬਾਕੀ ਫੀਸਾਂ ਜਿਹੜੀਆਂ ਹੈਗੀਆਂ ਵਾ, ਉਹ 10% ਜਿਹੜਾ ਖਰਚਾ ਟੈਂਟੇਟਿਵ ਜਿਹੜਾ ਹੈਗਾ ਉਹ ਬਣਦਾ ਵਾ। ਬਾਕੀ ਜਿਹੜੇ ਵਸੀਕਾ ਨੇ ਵੀਸਾ ਉਹ ਜਾਂ ਬਾਹਰ ਕੋਈ ਇਮੀਡੀਏਟ ਜਿਹੜੇ ਹੈਗੇ ਕੋਈ ਵੱਧ ਘੱਟ ਲੈਂਦਾ ਤਾਂ ਉਹ ਤਾਂ ਸਾਰਾ 2 ਨੰਬਰ ਦੀ ਗੱਲ ਹੀ ਹੈਗੀ, ਕਿਉਂਕਿ 1 ਨੰਬਰ ਦੀ ਗੱਲ ਕੋਈ ਇੱਦਾਂ ਦੀ ਨਹੀਂ ਹੈਗੀ ਜਿਹੜੀ। ਜਗਤ ਪੰਜਾਬੀ TV ਪੇਸ਼ ਕਰਦਾ ਹੈ। ਡਾਕਟਰੀ ਪੇਸ਼ੇ ਨੂੰ ਲੈ ਕੇ ਅੱਜ ਕੱਲ੍ਹ ਬਹੁਤ ਹੀ ਵਿਵਾਦ ਛਿੜਿਆ ਹੋਇਆ। ਇਸੇ ਤਰ੍ਹਾਂ ਦੀ ਇੱਕ ਸ਼ਾਰਟ ਫਿਲਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ। ਉਮੀਦ ਆ ਤੁਸੀਂ ਪਸੰਦ ਕਰੋਗੇ। ਆਓ ਫਿਰ ਦੇਖਦੇ ਹਾਂ ਫਿਲਮ ਫਰਜ਼। ਜਗਤ ਪੰਜਾਬੀ TV ਪੇਸ਼ ਕਰਦਾ ਹੈ। ਅੱਛਾ ਕੰਡਾ ਸਾਹਿਬ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ ਪ੍ਰੋਗਰਾਮ ਨਿੱਘੀ ਮੁਲਾਕਾਤ 'ਚ। ਅੱਛਾ, ਆਪਾਂ ਗੱਲ ਕਰਾਂਗੇ ਜੀ ਰਜਿਸਟਰੀ ਕਰਵਾਉਣ ਲਈ ਸਾਨੂੰ ਕਿਹੜੇ ਡਾਕੂਮੈਂਟ ਚਾਹੀਦੇ ਅਤੇ ਕਿਹੜੇ ਲੋਕਾਂ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਨਾਲ। ਸਭ ਤੋਂ ਪਹਿਲਾਂ ਰਜਿਸਟਰੀ ਦਾ ਪ੍ਰੋਸੀਜਰ ਕੀ ਹੈਗਾ? ਜਦੋਂ ਅਸੀਂ ਕੋਈ ਪ੍ਰੋਪਰਟੀ ਪਰਚੇਜ ਕਰਦੇ ਹਾਂ, ਸਾਨੂੰ ਪਟਵਾਰੀ ਦੇ ਕੋਲੋਂ ਫਰਦ ਲੈਣੀ ਹੁੰਦੀ ਹੈ, ਪਰ ਫਿਰ ਵੀ ਸਾਡਾ ਮੋਰ ਦੈਨ 15 ਈਅਰ ਜਿਹੜਾ ਅਸੀਂ 15 ਸਾਲ ਦਾ ਰਿਕਾਰਡ ਜੇ ਐਗਜ਼ਾਮਨ ਕਰਨਾ ਹੋਵੇ ਤਾਂ ਪਟਵਾਰੀ ਕੋਲ ਜਾ ਕੇ ਆਪਾਂ ਐਗਜ਼ਾਮਨ ਕਰ ਸਕਦੇ ਹਾਂ ਵੀ ਇਹ ਜਿਹੜਾ ਰਕਬਾ ਦਾ ਅਨਸਿਸਟਰ ਆ ਰਿਹਾ ਵਾ, ਜੱਦੀ ਆ ਰਿਹਾ, ਕਿੱਥੋਂ ਨੇ ਪਰਚੇਜ ਕੀਤਾ ਸੀਗਾ, ਇਹ ਮਾਲਿਕ ਕਿੱਦਾਂ ਬਣਿਆ ਸੀ, ਹਰ ਚੀਜ਼ ਦੀ ਅਸੀਂ ਜਿਹੜੀ ਉਹਦੀ ਵੈਰੀਫਿਕੇਸ਼ਨ ਜਿਹੜੀ ਪਟਵਾਰੀ ਕੋਲੋਂ ਕਰ ਸਕਦੇ ਹੈਗੇ ਹਾਂ। ਸੈਂਕਰਲੀ ਜਦੋਂ ਅਸੀਂ ਸਾਰੇ ਕੁਝ ਸਾਡਾ ਵੈਰੀਫਾਈ ਹੋ ਜਾਂਦਾ ਵਾ, ਲੋਕੇਸ਼ਨ ਸਾਡੀ ਪ੍ਰੋਪਰ ਅਸੀਂ ਚੈੱਕ ਕਰ ਲੈਂਦੇ ਹਾਂ, ਦੈਨ ਅਸੀਂ ਜਾਣਾ ਹੁੰਦਾ ਤਹਿਸੀਲ ਲੈਵਲ ਦੇ ਵਿੱਚ। ਉਹਦੇ ਸਾਡਾ ਕੀ ਹੈ, ਤਹਿਸੀਲੇ ਜਾ ਕੇ ਅੱਜ ਦਾ ਜੋ ਪ੍ਰੋਸੀਜਰ ਹੈਗਾ ਉਹ ਸਾਨੂੰ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈਗੀ ਆ। ਅਪਾਇੰਟਮੈਂਟ ਲੈਣ ਲਈ ਸਾਨੂੰ ਆਪਣਾ ਜਿਹੜਾ ਆਧਾਰ ਕਾਰਡ ਹੈ ਪਲੱਸ ਜਿਹੜੇ ਬੰਦੇ ਨੂੰ ਅਸੀਂ ਆਪਣੀ ਗਵਾਹੀ ਦੇ ਤੌਰ 'ਤੇ, ਕਿਉਂਕਿ ਕੁਝ 3 ਬੰਦੇ ਦੀ ਲੋੜ ਪੈਂਦੀ ਹੈ, 4 ਬੰਦਿਆਂ ਦੀ, ਇੱਕ ਵੇਚਣ ਵਾਲਾ, ਇੱਕ ਖਰੀਦਣ ਵਾਲਾ, ਇੱਕ ਉਹਨੂੰ ਆਇਡੈਂਟੀਫਾਈ ਕਰਨ ਵਾਲਾ ਪਰਸਨ ਜਿਹਨੂੰ
ਤੇ ਚੌਥਾ ਇੱਕ ਗਵਾਹ ਹੁੰਦਾ ਜਿਹਦੇ ਸਾਹਮਣੇ ਅਸੀਂ ਉਹ ਕਰਦੇ ਹਾਂ। ਸੈਕੰਡਲੀ ਜਦੋਂ ਰਜਿਸਟਰੀ ਕਰਾਉਣ ਜਾਂਦਾ ਵਾ ਅਪਾਇੰਟਮੈਂਟ ਲੈਣ ਤੋਂ ਬਾਅਦ ਫਿਰ ਸਾਰੀ ਰਜਿਸਟਰੀ ਲਿਖਣੀ ਆ। ਰਜਿਸਟਰੀ ਲਿਖਣ ਤੋਂ ਬਾਅਦ ਉਹਨੇ ਪ੍ਰੋਪਰ ਉਹਨੂੰ ਰਜਿਸਟਰੀ ਨੂੰ ਦੇਖ ਕੇ ਜੋ ਕੁਝ ਤੱਤ ਰਜਿਸਟਰੀ 'ਚ ਲਿਖੇ ਹੈਗੇ ਆ ਉਹ ਉਹੀ ਹੋਈ ਆ ਜੋ ਉਹਨੇ ਉਹਨਾਂ ਨਾਲ ਕਮਿਟਮੈਂਟ ਕੀਤੀ ਹੈਗੀ ਵੀ ਮੈਂ ਖਰੀਦ ਰਿਹਾ ਰਕਬਾ, ਇੰਨੀ ਪੇਮੈਂਟ ਦਿੱਤੀ ਹੈਗੀ ਆ। ਉਹਦਾ ਹਰ ਚੀਜ਼ ਜਿਹੜੀ ਹੈਗੀ ਉਹ ਰਜਿਸਟਰ ਹੋਣ ਤੋਂ ਪਹਿਲਾਂ ਜਿਹੜੀ ਹੈਗੀ ਉਹ ਸਾਰਾ ਕੁਝ ਵੈਰੀਫਾਈ ਕਰ ਲਏ। ਉਸ ਤੋਂ ਬਾਅਦ 'ਚ ਉਹਨਾਂ ਨੇ ਸਬ ਰਜਿਸਟਰਾਰ ਜਾਂ ਜੌਇੰਟ ਸਬ ਰਜਿਸਟਰਾਰ ਦੇ ਪੇਸ਼ ਕਰਨੀ ਹੁੰਦੀ ਹੈ। ਉੱਥੇ ਫਿਰ ਉਹ ਜਾ ਕੇ ਸਾਰਿਆਂ ਦੀਆਂ ਵਾਰੀ ਜਿਹੜੀਆਂ ਫੋਟੋਜ਼ ਹੈਗੀਆਂ ਵਾ ਉਹ ਲਈਆਂ ਜਾਂਦੀਆਂ ਵਾ। ਸਬ ਰਜਿਸਟਰਾਰ ਉਹਨਾਂ ਨੂੰ ਦੇਖ ਕੇ ਸਾਰੇ ਪ੍ਰੋਪਰ ਰਿਕਾਰਡ ਨੂੰ ਔਰ ਜਿਹੜੀ ਫਰਜ਼ਮੰਦੀ ਹੈਗੀ ਉਹਨੂੰ ਦੇਖ ਕੇ ਤਸੱਲੀ ਕਰਦਾ ਵੀ ਵੈਦਰ ਜਿਹੜੀ ਰਜਿਸਟਰੀ ਹੋ ਰਹੀ ਹੈ ਜਿਹੜਾ ਬੰਦਾ ਉਹ ਕਰਦਾ ਵਾ। ਕਿਉਂਕਿ ਸਰਕਾਰ ਵੱਲੋਂ ਹੁਣ ਇਹਨਾਂ ਨੇ ਸਾਡੀਆਂ ਕੁਛ ਵਿਚਰਵਾਂ ਦੀਆਂ ਲਿਮਿਟੇਸ਼ਨ ਵੀ ਬਣਾ ਦਿੱਤੀਆਂ ਵਾ ਵੀ ਉਹ ਰਿਸਪੌਂਸੀਬਲ ਹੋਊਗਾ। ਉਹਦੇ 'ਚ ਇੱਕ ਧਾਰਾ ਜੋੜੀ ਰਜਿਸਟਰੇਸ਼ਨ ਐਕਟ ਦੇ ਵਿੱਚ ਉਹਨਾਂ ਨੇ ਵੀ ਉਹ ਬੰਦਾ ਪਰਸਨ ਤੌਰ 'ਤੇ ਉਸ ਹਰ ਚੀਜ਼ ਲਈ ਰਿਸਪੌਂਸੀਬਲ ਹੁੰਦਾ ਵੀ ਜਿਹੜੀਆਂ ਵੀ ਸਰਕਾਰ ਦੀਆਂ ਗਾਈਡਲਾਈਨਸ ਹੈਗੀਆਂ ਮੈਨੂੰ ਉਹਦੇ ਬਾਰੇ ਪਤਾ ਵਾ ਅਤੇ ਮੈਂ ਉਹਦੇ ਬਾਰੇ ਜਿਹੜਾ ਅੰਡਰਟੇਕਨ ਦਿੱਤੀ ਹੈਗੀ ਆ ਵੀ ਕੱਲ੍ਹ ਨੂੰ ਇਹ 'ਚ ਕੋਈ ਫੋਲਟ ਨਿਕਲ ਤਾਂ ਮੈਂ ਉਹਦਾ ਜ਼ਿੰਮੇਵਾਰ ਹੋਊਗਾ। ਰਜਿਸਟਰੀ 2 ਕਾਪੀਆਂ 'ਚ ਹੁੰਦੀ ਹੈ। ਇੱਕ ਰਜਿਸਟਰੀ ਜਿਹੜੀ ਹੈਗੀ ਆ ਉਹ ਦਫ਼ਤਰ ਦੇ ਵਿੱਚ ਪੇਸਟ ਹੋ ਜਾਂਦੀ ਹੈਗੀ ਆ। ਇੱਕ ਸਾਨੂੰ ਓਰੀਜਨਲ ਰਜਿਸਟਰੀ ਸਾਨੂੰ ਜਿਹੜੀ ਦੇ ਦਿੱਤੀ ਜਾਂਦੀ ਹੈਗੀ ਆ। ਤਾਂ ਉਦੋਂ ਅਗਲੇ ਸਾਡਾ ਕੰਮ ਸ਼ੁਰੂ ਹੁੰਦਾ ਅੱਗੋਂ ਜਾ ਕੇ ਸਾਡੀ ਪ੍ਰੋਪਰਟੀ ਸਾਡੀ ਬਣ ਗਈ ਆ ਤਾਂ ਉਹਨੂੰ ਅਸੀਂ ਰਿਕਾਰਡ ਇੱਕ ਲਫ਼ਜ਼ ਆਉਂਦਾ ਆ ਇੰਤਕਾਲ ਜੀ, ਉਹਦੇ ਬਾਰੇ ਦੱਸੋ। ਇੰਤਕਾਲ ਜਿਹੜਾ ਜੀ ਅਸਲ ਦੇ ਵਿੱਚ ਇੰਤਕਾਲ ਦੇ ਜਿਹੜੇ ਲਫ਼ਜ਼ ਵਰਬਲੀ ਮੀਨਿੰਗ ਜਿਹੜਾ ਹੈਗਾ 2-3 ਤਰ੍ਹਾਂ ਤੋਂ ਹੈਗਾ ਸਾਡਾ। ਜਿਹੜਾ ਇਹਦੇ ਵਿੱਚ ਇਹਦਾ ਨਾਂ ਦਾਖਲ ਖਾਰਜੀ ਵੀ ਹੈਗਾ ਜੀ, ਇੱਕ ਦਾ ਨਾਂ ਐਂਟਰ ਕਰਨਾ, ਇੱਕ ਦਾ ਨਾਂ ਡਿਲੀਟ ਕਰਨਾ। ਇਹਨੂੰ ਦਾਖਲ ਖਾਰਜ ਤੌਰ 'ਤੇ ਵੀ ਆਖਿਆ ਜਾਂਦਾ। ਇੰਤਕਾਲ ਜਿਹੜਾ ਉਹ ਵੀ ਹੈਗਾ। ਇੰਤਕਾਲ ਅਸਲ ਦੇ ਵਿੱਚ ਕਿਸੇ ਬੰਦੇ ਦੇ ਐਕਸਪਾਇਰੀ ਨੂੰ ਆਪਾਂ ਇੰਤਕਾਲ ਕਹਿ ਦਿੰਦੇ ਹੈਗੇ ਆ। ਉਹਦਾ ਕੀ ਹੈ ਵੀ ਸਾਡੇ ਰਿਕਾਰਡ 'ਚੋਂ ਇੱਕ ਨੇ ਐਕਸਪਾਇਰ ਹੋਣਾ, ਇੱਕ ਬੰਦੇ ਨੇ ਉਹ 'ਚ ਨਵਾਂ ਕ੍ਰੀਏਟ ਹੋਣਾ ਵਾ। ਅਸਲ ਦੇ ਵਿੱਚ ਕੀ ਹੈ ਜਿਹੜਾ ਇੰਤਕਾਲ ਜਿਹੜਾ ਵਾ ਲੀਗਲ ਲੈਂਗੁਏਜ 'ਚ ਇੰਤਕਾਲ ਜਿਹੜਾ ਹੈਗਾ ਵਾ ਓਨਲੀ ਫਾਰ ਫਿਜ਼ੀਕਲ ਪਰਪਜ਼ ਹੈਗਾ ਵੀ ਇਹਦੇ ਵਿੱਚ ਸਿਰਫ ਅਸੀਂ ਲੈਂਡ ਰੈਵਨਿਊ ਕਲੈਕਟ ਕਰਨ ਲਈ ਸੀਗਾ ਵੀ ਕੌਣ ਜ਼ਮੀਨ ਦਾ ਮਾਲਕ ਕੌਣ ਹੈਗਾ, ਹੁਣ ਕਿ ਅਸੀਂ ਕਿਹਨੂੰ ਜਾ ਕੇ ਐਡਰੈਸ ਕਰਨਾ ਹੈਗਾ ਵਾ। ਪਰੰਤੂ ਜਿਹੜਾ ਜਨਰਲ ਲੈਂਗੁਏਜ 'ਚ ਆਪਾਂ ਜੇ ਦੇਖੀਏ ਤਾਂ ਇੰਤਕਾਲ ਜਿਹੜਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਇੰਤਕਾਲ ਤੋਂ ਬਿਨਾਂ ਜਿਹੜਾ ਵਾ ਰਿਕਾਰਡ ਜਿਹੜੇ ਬੰਦੇ ਦਾ ਨਾਂ ਹੈਗਾ ਵਾ ਜਿਹੜਾ ਬੰਦਾ ਰਿਕਾਰਡ ਦੇ ਵਿੱਚ ਆਪਣੀ ਪ੍ਰੋਪਰਟੀ ਵੇਚ ਗਿਆ ਵਾ ਜੇ ਆਪਾਂ ਇੰਤਕਾਲ ਨਹੀਂ ਕਰਾਉਂਦੇ ਤਾਂ ਉਹਦਾ ਨਾਂ ਰਿਕਾਰਡ 'ਚ ਫਿਰ ਸਟਿਲ ਸਟੈਂਡ ਕਰਦਾ ਰਹੂਗਾ। ਉਹ ਕਿਸੇ ਵੀ ਤਰ੍ਹਾਂ ਨਾਲ ਉਹਨੇ ਮੇਚੀ ਵਿਸਕਰੀ ਹੈਗੀ ਸ਼ਰਾਰਤ ਕਰ ਸਕਦਾ ਵਾ ਬੰਦਾ। ਉਹਦਾ ਕੋਈ ਰਿਕਾਰਡ ਦੇ ਵਿੱਚ ਦੁਬਾਰਾ ਕਿਸੇ ਨੂੰ ਐਗਰੀਮੈਂਟ ਕਰਦਾ ਜਾਂ ਉਹ ਦੁਬਾਰਾ ਕਿਸੇ ਦੇ ਕੋਲੋਂ ਹੋਰ ਕੋਈ ਕਿਤੇ ਇੱਦਾਂ ਜਿਹੜੇ ਮਿਸਬਿਹੇਵ ਕਰਕੇ ਕਿਸੇ ਦਾ ਹੋਰ ਰਕਬੇਦਾਰ ਆਪਣੀ ਪ੍ਰੋਪਰਟੀ ਰਜਿਸਟਰੀ ਕਰਾ ਕੇ ਦੇ ਸਕਦਾ ਵਾ। ਤਾਂ ਉਹ ਬੰਦੇ ਦੀ ਡਿਊਟੀ ਬਣਦੀ ਹੈ ਕਿ ਪਟਵਾਰੀ ਨੂੰ ਜਾ ਕੇ ਉਹ ਇਨਫੋਰਮ ਕਰੇ ਵੀ ਮੈਂ ਰਾਈਟ ਲਿਆ ਵਾ ਤਾਂ ਪਟਵਾਰੀ ਉਹਦਾ ਇੰਤਕਾਲ ਦਰਜ ਕਰੂਗਾ। ਉਸ ਤੋਂ ਬਾਅਦ ਜਦੋਂ ਵੀ ਤਹਿਸੀਲਦਾਰ ਦਾ ਦੌਰਾ ਬਣਦਾ ਕਾਨੂੰਨ ਦੇ ਮੁਕਾਬਲਾ ਹੋਣ ਤੋਂ ਬਾਅਦ ਕਾਨੂੰਨ ਨੇ ਉਹਨੂੰ ਸਰਟੀਫਾਈ ਕਰਨਾ ਜੀ। ਸਾਡੇ 3 ਸਟੈਪ ਹੈ। ਪਟਵਾਰੀ ਦੇ ਇੰਟਰ ਕਰਨ ਤੋਂ ਬਾਅਦ ਸਾਡੇ ਇੱਕ ਸੁਪਰਵਾਈਜ਼ਰ ਸਟਾਫ ਸਾਡੇ ਜਿਹੜਾ ਮੋਸਟ ਇੰਪੋਰਟੈਂਟ ਸਾਡਾ ਕਾਨੂੰਨ ਦਾ ਅਹੁਦਾ ਹੈਗਾ ਉਹਨੇ ਉਸ ਚੀਜ਼ ਨੂੰ ਆਪਣੀ ਗਸ਼ਤ ਦੇ ਉੱਪਰ ਜਦੋਂ ਉਹਦੀ ਟੂਰ ਆਉਂਦਾ ਉਹਨੇ ਰਿਕਾਰਡ ਨਾਲ ਵੈਰੀਫਾਈ ਕਰਨਾ ਵੀ ਜਿਹੜਾ ਬੰਦਾ ਵੇਚ ਰਿਹਾ ਵਾ ਉਹਦਾ ਰਿਕਾਰਡ ਦੇ ਵਿੱਚ ਉਨਾ ਹਿੱਸਾ ਬਣਦਾ ਵਾ ਜੋ ਵੇਚ ਰਿਹਾ ਵਾ ਜਾਂ ਵੱਧ ਘੱਟ ਹੈਗਾ। ਖੰਡਾ ਸਾਹਿਬ ਸਾਡੇ ਇਸ ਨਿੱਘੀ ਮੁਲਾਕਾਤ ਪ੍ਰੋਗਰਾਮ 'ਚ ਆਉਣ 'ਤੇ ਸਾਡਾ ਬਹੁਤ ਜਿਹੜਾ ਧੰਨਵਾਦ। ਤੁਸੀਂ ਆਏ ਔਰ ਜ਼ਮੀਨ ਜਾਇਦਾਦਾਂ ਦੇ ਨਾਲ ਰਿਲੇਟਡ ਕਈ ਗੱਲਾਂ ਤੁਸੀਂ ਸਾਨੂੰ ਜਾਣਕਾਰੀ ਦਿੱਤੀਆਂ ਕਿ ਜਿਹੜੀਆਂ ਅੱਜ ਤੱਕ ਕਈ ਸਾਡੇ ਵੀਰਾਂ ਨੂੰ ਜਾਂ ਨੌਲੇਜ ਨਹੀਂ ਸੀਗੀ, ਪਤਾ ਨਹੀਂ ਸੀਗਾ। ਬਹੁਤ ਤੁਹਾਡਾ ਧੰਨਵਾਦ। ਨਿੱਘੀ ਮੁਲਾਕਾਤ ਪ੍ਰੋਗਰਾਮ ਤੁਹਾਡਾ ਬਹੁਤ ਧੰਨਵਾਦ। ਮੈਂ ਸਾਹਿਬ ਜਗਤ ਪੰਜਾਬੀ TV ਦਾ ਬਹੁਤ ਧੰਨਵਾਦੀ ਹਾਂ।